ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਇਸ ਵੀਡੀਓ ਦੇ ਵਿੱਚ। ਦੋਸਤੋ ਖਾਸਾ ਚਿਰ ਹੋ ਗਿਆ ਟਰੈਵਲ ਕਰਨ ਗਏ ਨਹੀਂ, ਸੋ ਅੱਜ ਕੁਝ ਖਾਸ ਤਰ੍ਹਾਂ ਦਾ ਵਲੌਗ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਅੱਜ ਤੁਹਾਨੂੰ ਮੈਂ ਆਪਣੀਆਂ ਕਿਤਾਬਾਂ ਜੋ ਮੈਂ ਪੜ੍ਹੀਆਂ ਨੇ ਜਾਂ ਪੜ੍ਹ ਰਿਹਾ ਜਾਂ ਜੋ ਮੇਰੀ ਪਰਸਨਲ ਕਲੈਕਸ਼ਨ ਹੈ ਉਹ ਦਿਖਾਵਾਂਗਾ ਕਿ ਕਿਹੜੀਆਂ-ਕਿਹੜੀਆਂ ਕਿਤਾਬਾਂ ਮੈਂ ਪੜ੍ਹੀਆਂ ਅੱਜ ਤਾਈਂ ਅਤੇ ਤੁਹਾਨੂੰ ਉਹ ਪੜ੍ਹਨੀਆਂ ਚਾਹੀਦੀਆਂ ਜਾਂ ਨਹੀਂ, ਉਹਨਾਂ ਬਾਰੇ ਥੋੜ੍ਹਾ ਬਹੁਤਾ ਵਿਸਤਾਰ 'ਚ ਦੱਸਣ ਦੀ ਕੋਸ਼ਿਸ਼ ਕਰਾਂਗਾ। ਹਾਂਜੀ ਦੋਸਤੋ, ਤਾਂ ਇਹ ਮੇਰੀ ਬੁੱਕ ਸ਼ੈਲਫ ਹੈ ਜਿੱਥੇ ਮੈਂ ਆਪਣੀਆਂ ਕਿਤਾਬਾਂ ਜਿਹੜੀਆਂ ਪੜ੍ਹੀਆਂ ਹੋਈਆਂ ਉਹ ਰੱਖੀਆਂ ਨੇ। ਜ਼ਿਆਦਾ ਕਿਤਾਬਾਂ ਨਹੀਂ ਗੀਆਂ, ਪਰ ਫਿਰ ਵੀ ਜਿਹੜੀਆਂ ਮੇਰੀਆਂ ਫੇਵਰੇਟ ਬੁੱਕਸ ਨੇ ਮੈਂ ਉਹ ਸਾਂਭ ਕੇ ਰੱਖੀਆਂ ਹੋਈਆਂ। ਬਾਕੀ ਜਿਹੜੀਆਂ ਜਾਂ ਤਾਂ ਕਿਸੇ ਨੂੰ ਮੈਂ ਦੇ ਦਿੰਦਾ ਉਹਨਾਂ ਵੀ ਤੁਸੀਂ ਪੜ੍ਹ ਲਓ, ਅਤੇ ਜਾਂ ਫਿਰ ਲਾਇਬ੍ਰੇਰੀ ਦੇ ਵਿੱਚੋਂ ਹੀ ਲੈ ਕੇ ਪੜ੍ਹ ਲੈਂਦਾ ਹੁੰਦਾ। ਸਭ ਤੋਂ ਪਹਿਲੀ ਕਿਤਾਬ ਜੀ ਜਿਹੜੀ ਮੈਨੂੰ ਬਹੁਤ ਪਸੰਦ ਹੈ ਉਹ ਹੈਗੀ ਹੈ ਤਿੱਬਤ ਵਿੱਚ 1.25 ਸਾਲ। ਰਾਹੁਲ ਸਾਂਕਤਰਿਆਨ ਦੀ ਬੁੱਕ ਹੈ ਜੀ, ਅਨੁਵਾਦ ਇਹਦਾ ਨਿਰਮਲਜੀਤ ਨੇ ਕੀਤਾ। ਰਾਹੁਲ ਹੋਰੀ ਜਿਹੜੇ ਨੇ ਉਹ ਭਾਰਤ ਦੇ ਬਹੁਤ ਵੱਡੇ ਦਾਰਸ਼ਨਿਕ ਹੋਏ ਨੇ, ਘੁਮੱਕੜ ਹੋਏ ਨੇ। ਆਪਾਂ ਕਹਿ ਸਕਦੇ ਕਿ ਭਾਰਤ ਦੇ ਵਿੱਚ ਰਾਹੁਲ ਦਾ ਨਾਮ ਘੁਮੱਕੜਾਂ ਦੇ ਵਿੱਚ ਚੋਟੀ 'ਤੇ ਗਿਣਿਆ ਜਾਂਦਾ। ਉਹਨਾਂ ਨੇ ਬਹੁਤ ਵੱਡੇ ਵੱਡੇ ਅਤੇ ਵਧੀਆ ਗ੍ਰੰਥ ਲਿਖੇ ਨੇ, ਬੌਧ ਧਰਮ ਦੇ ਗ੍ਰੰਥਾਂ ਦਾ ਅਨੁਵਾਦ ਵੀ ਕੀਤਾ। ਤਾਂ ਉਹਨਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀ ਅਸੀਂ ਘੁੰਮ ਕਿਵੇਂ ਸਕਦੇ ਹਾਂ, ਕਿਹੜੇ ਕਿਹੜੇ ਅਸੂਲ ਨੇ, ਕਿਹੜੇ ਕਿਹੜੇ ਸਿਧਾਂਤ ਨੇ ਜਿਹੜੇ ਇੱਕ ਘੁਮੱਕੜ ਨੂੰ ਘੁਮੱਕੜੀ ਵੇਲੇ ਫੋਲੋ ਕਰਨੇ ਚਾਹੀਦੇ ਹਨ। ਇਹਨਾਂ ਦੀ ਇੱਕ ਹੋਰ ਕਿਤਾਬ ਹੈ ਘੁਮੱਕੜ ਸ਼ਾਸਤਰ, ਉਹ ਵੀ ਇੱਥੇ ਪਈ ਹੈ। ਉਹਦੇ 'ਚ ਉਹਨਾਂ ਨੇ ਦੱਸਿਆ ਕਿ ਘੁਮੱਕੜੀ ਦੇ ਵਿੱਚ ਪੈਦਾ ਹੋਣ ਵਾਲੀਆਂ ਰੁਕਾਵਟਾਂ, ਭਾਵੇਂ ਉਹ ਪੈਸੇ ਨਾਲ ਸੰਬੰਧਿਤ ਹੋਣ, ਭਾਵੇਂ ਉਹ ਪਰਸਨਲ ਜਾਂ ਸੋਸ਼ਲ ਹੋਣ, ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ। ਤਾਂ ਇਹ ਕਿਤਾਬ ਦਾ ਮੁੱਲ 300 ਰੁਪਏ ਹੈ ਜੀ, ਜੂਨੀ ਸਟਾਰ ਨੇ ਛਾਪੀ ਹੈ। ਤੁਸੀਂ ਇਹਨੂੰ ਲੈ ਕੇ ਪੜ੍ਹ ਸਕਦੇ ਹੋ। ਬਹੁਤ ਸੋਹਣਾ ਤਿੱਬਤ ਦਾ ਕਲਚਰ ਇਹਦੇ ਵਿੱਚ ਦੱਸਿਆ ਹੋਇਆ ਹੈ, ਕਿਵੇਂ ਦੱਖਣ ਦੇ ਸ਼੍ਰੀਲੰਕਾ ਤੋਂ ਹੋ ਕੇ ਰਾਹੁਲ ਹੋਰੀ ਤਿੱਬਤ ਵਿੱਚ ਗਏ। ਉਸ ਵੇਲੇ ਅੰਗਰੇਜ਼ਾਂ ਦਾ ਰਾਜ ਸੀ ਅਤੇ ਥੋੜ੍ਹਾ ਜਿਹਾ ਬਗਾਵਤ ਵਿੱਚ ਵੀ ਇਹਨਾਂ ਦਾ ਨਾਮ ਸੀ। ਤਾਂ ਲੌਕ ਛੁਪ ਕੇ ਇਹਨਾਂ ਨੂੰ ਤਿੱਬਤ ਦੇ ਵਿੱਚ ਜਾਣਾ ਪਿਆ। ਸੁਖਜੀਤ ਪੰਜਾਬੀ ਦਾ ਕਹਾਣੀਕਾਰ ਹੈ। ਇਸ ਦੀਆਂ 4 ਕਿਤਾਬਾਂ ਛਪ ਚੁੱਕੀਆਂ ਹਨ। ਇੱਕ ਕਾਵਿ ਸੰਗ੍ਰਹਿ ਹੈ ਰੰਗਾਂ ਦਾ ਮਨੋਵਿਗਿਆਨ, ਅਤੇ 2 ਕਹਾਣੀ ਸੰਗ੍ਰਹਿ ਨੇ ਅੰਤਰਾ। ਹੁਣ ਮੈਂ ਇੰਜੋਏ ਕਰਦੀ ਹਾਂ। ਜਿਹੜੀ ਹੱਥਲੀ ਕਿਤਾਬ ਹੈ ਮੈਂ ਜੈਸਾ ਹੂੰ ਮੈਂ ਵੈਸਾ ਕਿਉਂ ਹਾਂ, ਇਹ ਨਿੱਜੀ ਲਾਈਫ 'ਤੇ ਆਧਾਰਿਤ ਹੈ। ਨਾਮਧਾਰੀਆਂ ਦੇ ਡੇਰੇ ਦੇ ਵਿੱਚ, ਜਿਹਨਾਂ ਨੂੰ ਆਪਾਂ ਕੂਕੇ ਕਹਿ ਦਿੰਦੇ ਹਾਂ, ਉਹਨਾਂ ਦੇ ਵਿੱਚ ਸੁਖਜੀਤ ਵਿਚਰਿਆ ਅਤੇ ਉਸ ਡੇਰੇ ਦੇ ਅੰਦਰਲੇ ਹਾਲਾਤ, ਸਿਆਸਤ ਅਤੇ ਹੋਰ ਜਿਹੜੀਆਂ ਵੀ ਚੰਗੇ ਮਾੜੇ ਕੰਮ ਨੇ ਉਹਨਾਂ ਦਾ ਚਾਨਣਾ ਇਸ ਕਿਤਾਬ ਦੇ ਵਿੱਚ ਪਾਇਆ ਹੋਇਆ। ਮੈਨੂੰ ਬਹੁਤ ਵਧੀਆ ਲੱਗੀ ਇਹ ਕਿਤਾਬ। ਮੈਂ ਸਮਝਦਾ ਕਿ ਮੇਰੀ ਅੱਜ ਤੱਕ ਤੋਂ ਪੜ੍ਹੀ ਮੇਰੀਆਂ ਅੱਜ ਤੱਕ ਪੜ੍ਹੀਆਂ ਸਭ ਕਿਤਾਬਾਂ ਦੇ ਵਿੱਚੋਂ ਜੇ ਮੈਂ ਕਹਿੰਦਾ ਹੂੰ ਤਾਂ ਸਭ ਤੋਂ ਵਧੀਆ ਕਿਤਾਬ ਕਿਹੜੀ ਆ, ਉਹ ਇਹ ਕਿਤਾਬ ਹੈ। ਬਹੁਤ ਵਧੀਆ ਸ਼ੈਲੀ ਹੈ ਕਿ ਤੁਸੀਂ ਇਹਨੂੰ ਪੜ੍ਹੇ ਬਿਨਾਂ ਰੱਖ ਨਹੀਂ ਸਕਦੇ। ਮੈਂ ਸਾਰੀ ਰਾਤ ਜਾ ਕੇ ਇਹ ਕਿਤਾਬ ਪੜ੍ਹੀ, ਜਦੋਂ ਪੜ੍ਹੀ ਤਾਂ ਤੁਸੀਂ ਵੀ ਇਹ ਕਿਤਾਬ ਨੂੰ ਪੜ੍ਹ ਸਕਦੇ ਹੋ ਜੀ, ਬਹੁਤ ਸੋਹਣੀ ਕਿਤਾਬ। ਉਸ ਤੋਂ ਬਾਅਦ ਅਗਲੀ ਕਿਤਾਬ ਹੈ ਜੀ 100 ਸਵਾਲ, ਪ੍ਰਿੰਸ ਸਤਵੀਰ ਸਿੰਘ ਹੋਰਾਂ ਨੇ ਲਿਖੀ ਹੋਈ ਹੈ। ਇਸ ਕਿਤਾਬ ਦੇ ਵਿੱਚ ਗੁਰਮਤਿ ਦੇ ਛੋਟੇ ਛੋਟੇ ਸਵਾਲਾਂ ਦੇ ਉੱਤਰ ਦਿੱਤੇ ਹੋਏ ਨੇ। ਮੂਲ ਮੰਤਰ ਕੀ ਹੈ, ਨਾਮ ਸਿਮਰਨ ਕੀ ਹੈ, ਨਿਤਨੇਮ ਦੀਆਂ ਬਾਣੀਆਂ ਕਿਹੜੀਆਂ ਹਨ। ਤੁਸੀਂ ਆਪਣੇ ਬੱਚਿਆਂ ਨੂੰ ਜੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹੋ ਮੋਟੇ ਤੌਰ 'ਤੇ, ਤਾਂ ਤੁਸੀਂ ਉਹਨਾਂ ਨੂੰ ਇਹ ਕਿਤਾਬ ਲੈ ਕੇ ਦੇ ਸਕਦੇ ਹੋ। ਜਸਵੰਤ ਕੰਵਲ ਹੋਰੀ ਪੰਜਾਬੀ ਦੇ ਸਿਰਕੱਢ ਲੇਖਕ ਨੇ ਅਤੇ ਉਹਨਾਂ ਨੇ ਨਾਵਲ ਲਿਖੇ ਨੇ ਜੋ ਕਿ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਨਾਵਲ ਨੇ ਪੰਜਾਬੀ ਦੇ ਵਿੱਚ ਜੇ ਆਪਾਂ ਕਹਿ ਦਈਏ। ਤਾਂ ਉਹਨਾਂ ਨੇ ਕਹਾਣੀਆਂ ਵੀ ਲਿਖੀਆਂ ਨੇ ਬਹੁਤ ਸਾਰੀਆਂ, ਸਮਾਜਿਕ ਦੇ ਹਾਲਾਤਾਂ ਬਾਰੇ ਪ੍ਰੇਮ ਕਹਾਣੀਆਂ ਲਿਖੀਆਂ ਨੇ ਜੋ ਕਿ ਬਹੁਤ ਸੋਹਣੀਆਂ ਨੇ। ਪਰ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਜਾਂ ਨਾਵਲ ਨੇ ਉਹ ਸਮਾਜ ਦੀਆਂ ਕੁਰੀਤੀਆਂ 'ਤੇ ਹੀ ਕੇਂਦਰਿਤ ਰਹੇ ਨੇ। ਸਰਕਾਰ ਨਾਲ ਵੀ ਉਹਨਾਂ ਨੇ ਨਾਵਲਾਂ ਦੇ ਵਿੱਚ ਪਾਤਰ ਬਗਾਵਤ ਕਰਦੇ ਦਿਖਾਏ ਨੇ। ਸੋ ਇਹ ਜਿਹੜੀ ਹੈਗੀ ਹੈ ਜੀ ਕਹਾਣੀਆਂ ਸਾਰੀਆਂ ਇਹ 4 ਪਾਰਟਾਂ ਦੇ ਵਿੱਚ ਛਪੀਆਂ ਹੋਈਆਂ ਹਨ। ਮੇਰੇ ਕੋਲ 4 ਸੀ, ਪਰ ਬਾਕੀ ਦੇ 3 ਮੈਂ ਗਾਂਹ ਦੇ ਦਿੱਤੇ ਕਿਸੇ ਨੂੰ, ਤਾਂ ਜਿਹੜਾ ਦੂਜਾ ਪਾਰਟ ਮੇਰੇ ਕੋਲ ਰਹਿ ਗਿਆ। ਤਾਂ ਤੁਸੀਂ ਆਪਣੇ ਜਸਵੰਤ ਸਿੰਘ ਕੰਵਲ ਹੋਰਾਂ ਦੇ ਨਾਵਲ ਅਤੇ ਕਹਾਣੀਆਂ ਜ਼ਰੂਰ ਪੜ੍ਹਿਓ। ਬਲਦੇਵ ਸਿੰਘ ਸੜਕਨਾਮਾ ਪੰਜਾਬੀ ਦਾ ਵਿੱਚ ਸਥਾਪਿਤ ਨਾਵਲਕਾਰ ਨੇ। ਉਹਨਾਂ ਦੇ ਬਹੁਤ ਸਾਰੇ ਨਾਵਲ ਸੂਰਜ ਕਦੇ ਮਰਦਾ ਨਹੀਂ, ਸਤਲੁਜ ਵਹਿੰਦਾ ਰਿਹਾ, ਭਗਤ ਸਿੰਘ ਦੇ ਜੀਵਨ 'ਤੇ ਆਧਾਰਿਤ, ਮਹਾਬਲੀ ਸੂਰਾ, ਸੂਰਜ ਦੀ ਅੱਖ, ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਨਾਵਲ ਆ ਚੁੱਕੇ ਨੇ। ਤਾਂ ਅੰਨਦਾਤਾ ਜੀ ਕਿਸਾਨੀ ਜੀਵਨ ਦੇ ਨਾਲ ਸੰਬੰਧਿਤ ਹੈ। ਇੱਕ ਪਰਿਵਾਰ ਜੋ ਕਿਸਾਨੀ ਨਾਲ ਸੰਬੰਧ ਰੱਖਦਾ ਹੈ ਤਾਂ ਉਹਦੇ ਜੀਵਨ ਦੇ ਵਿੱਚ ਕਿਹੜੀਆਂ ਕਿਹੜੀਆਂ ਮੁਸੀਬਤਾਂ ਆਉਂਦੀਆਂ ਨੇ ਖੇਤੀ ਨਾਲ ਸੰਬੰਧਿਤ, ਇਕਨੋਮਿਕਲੀ, ਸਮਾਜਿਕ ਜਾਂ ਹੋਰ, ਤਾਂ ਇਹ ਉਹਨਾਂ ਨੂੰ ਨਾਲ ਲੈ ਕੇ ਚੱਲਦਾ ਹੋਇਆ ਆਪਣੇ ਅੰਤ ਤੱਕ ਪਹੁੰਚਦਾ ਹੈ। ਬਹੁਤ ਸੋਹਣਾ ਨਾਵਲ ਹੈ, ਤੁਸੀਂ ਇਹਨੂੰ ਪੜ੍ਹ ਕੇ ਸ਼ਾਇਦ ਰੋ ਪਵੋ।
ਰਾਮ ਸਰੂਪ ਅਣਖੀ ਹੈ ਜਿਹੜਾ, ਉਹ ਮੇਰਾ ਪਸੰਦੀਦਾ ਨਾਵਲਕਾਰ ਹੈ ਪੰਜਾਬੀ ਸਾਹਿਤ ਦੇ ਵਿੱਚ। ਅਤੇ ਰਾਮ ਸਰੂਪ ਅਣਖੀ ਦੇ ਹੀ ਨਹੀਂ, ਮੇਰੇ ਸਾਰੇ ਨਾਵਲਾਂ ਦੇ ਵਿੱਚੋਂ ਕੋਠੇ ਖੜਕ ਸਿੰਘ ਫੇਵਰੇਟ ਨਾਵਲ ਹੈ। ਇਸ ਨਾਵਲ ਨੂੰ ਸਾਹਿਤ ਅਕਾਦਮੀ ਦਾ ਅਵਾਰਡ ਮਿਲਿਆ ਹੋਇਆ। ਤੁਸੀਂ ਇਹ ਕਿਤਾਬ ਨੂੰ 1 ਵਾਰ ਪੜ੍ਹੋ, 2 ਵਾਰ ਪੜ੍ਹੋ, 10 ਵਾਰ ਪੜ੍ਹੋ, ਤੁਹਾਨੂੰ ਵਾਰ-ਵਾਰ ਪੜ੍ਹਨ ਦਾ ਜੀਅ ਕਰਦਾ ਰਹੇਗਾ। ਜੱਟ ਕਿਸਾਨੀ ਨਾਲ ਸੰਬੰਧਿਤ ਹੈ। ਇੱਕ ਪਿੰਡ ਕਾਲਪਨਿਕ ਵਸਾਇਆ ਜੀ ਕੋਠੇ ਖੜਕ ਸਿੰਘ। ਵੱਖੋ ਵੱਖਰੇ ਪਾਤਰ ਨੇ ਪਿੰਡ ਦੇ ਵਿੱਚ, ਜਿਵੇਂ ਕਿ ਆਮ ਲੋਕ ਹੁੰਦੇ ਨੇ, ਤਾਂ ਉਹਨਾਂ ਸਾਰਿਆਂ ਦੇ ਜੀਵਨ 'ਤੇ ਚਾਨਣਾ ਪਾਉਂਦੀ ਹੈ ਵੀ ਪਿੰਡ 'ਚ ਰਹਿੰਦੇ ਹੋਏ ਲੋਕ ਆਪਦੇ ਆਂਢ ਗੁਆਂਢ ਨਾਲ, ਸ਼ਰੀਕਾਂ ਨਾਲ ਕਿਵੇਂ ਵਿਵਹਾਰ ਕਰਦੇ ਨੇ, ਜਾਂ ਜੋ ਵੀ ਹੈ ਸਾਰਾ ਕੁਝ ਬਹੁਤ ਵਧੀਆ ਬਿਆਨ ਕੀਤਾ ਹੋਇਆ ਇੱਕ ਪਿੰਡ ਦੀ ਲਾਈਫ ਬਾਰੇ। ਐਰਨੈਸਟੋ ਚੀ ਗਵੇਰਾ ਕਿਊਬਾ ਦਾ ਇੱਕ ਕਾਮਰੇਡੀ ਲੀਡਰ ਸੀਗਾ, ਜਿਹਨੇ ਅਮਰੀਕਾ ਦੇ ਖਿਲਾਫ ਬਗਾਵਤ ਕੀਤੀ, ਅਮਰੀਕੀ ਪੱਖੀ ਸਰਕਾਰ ਦੇ ਖਿਲਾਫ, ਅਤੇ ਉਹਨਾਂ ਦੀ ਜੀਵਨੀ ਹੈ। ਤਾਂ ਮੇਰੇ ਪਸੰਦੀਦਾ ਜਿਹੜੇ ਇਤਿਹਾਸਕ ਪਾਤਰ ਨੇ ਜਾਂ ਲੈਜੈਂਡ ਬੰਦੇ ਕਹਿ ਸਕਦੇ ਜਿਹਨਾਂ ਨੂੰ ਆਪਾਂ ਇਸ ਧਰਤੀ 'ਤੇ ਹੋਏ ਹੁਣ ਤੱਕ, ਉਹਨਾਂ ਦੇ ਵਿੱਚੋਂ ਇੱਕ ਨੇ ਐਰਨੈਸਟ ਚੀ ਗਵੇਰਾ। ਉਸ ਤੋਂ ਬਾਅਦ ਜੀ ਓਸ਼ੋ ਹੈ, ਭਾਵ ਜਲ ਲੰਘਣਾ ਪਾਰ। ਓਸ਼ੋ ਇੱਕ ਰੂਹਾਨੀਅਤ ਜਾਂ ਕਹਿ ਲਓ ਆਪਾਂ ਧਾਰਮਿਕ ਕਿਸਮ ਦਾ ਬੰਦਾ ਸੀਗਾ। ਉਹਨੇ ਧਰਮ ਨੂੰ ਨਵੀਂ ਪਰਿਭਾਸ਼ਾ ਦਿੱਤੀ, ਨਵੀਆਂ ਉਦਾਹਰਨਾਂ ਦੇ ਤਹਿਤ ਮਨ ਨੂੰ ਸਮਝਣ ਦੀ ਕੋਸ਼ਿਸ਼ ਸਮਝਾਉਣ ਦੀ ਕੋਸ਼ਿਸ਼ ਕੀਤੀ। ਤਾਂ ਓਸ਼ੋ ਸਾਨੂੰ ਸਾਰਿਆਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ। ਓਸ਼ੋ ਦੀਆਂ ਜਿਹੜੀਆਂ ਕਿਤਾਬਾਂ ਨੇ ਜਿੱਥੋਂ ਵੀ ਮਿਲਣ ਤੁਹਾਨੂੰ ਪੜ੍ਹ ਲੈਣਾ ਚਾਹੀਦਾ। ਪ੍ਰਤਾਪੀ ਵੀ ਰਾਮ ਸਰੂਪ ਅਣਖੀ ਹੋਰਾਂ ਦਾ ਨਾਵਲ ਹੈ, ਬਹੁਤ ਸੋਹਣਾ ਨਾਵਲ ਹੈ। ਪ੍ਰਤਾਪੀ ਇੱਕ ਔਰਤ ਹੈ ਅਤੇ ਜਿਹਦੇ ਜੀਵਨ ਦੇ ਵਿੱਚ ਹਮੇਸ਼ਾ ਹੀ ਕਸ਼ਟ ਭਰੇ ਰਹੇ ਨੇ। ਆਮ ਪੰਜਾਬੀ ਔਰਤ ਦੀ ਕਹਾਣੀ ਤੁਸੀਂ ਸਮਝ ਸਕਦੇ ਹੋ। ਆਪਣੇ ਘਰ ਵਾਲੇ ਨਾਲ ਸੰਘਰਸ਼ ਕਰਦੀ ਹੈ, ਉਹ ਤੋਂ ਖੁਸ਼ੀ ਨਹੀਂ ਪ੍ਰਾਪਤ ਕਰਦੀ, ਉਹਨੂੰ ਕੁੱਟਦਾ ਮਾਰਦਾ ਅਤੇ ਬਾਅਦ 'ਚ ਨਵਾਂ ਵਿਆਹ ਕਰਵਾ ਲੈਂਦਾ ਹੋਰ। ਸੋ ਬਹੁਤ ਸੋਹਣਾ ਨਾਵਲ ਹੈ ਜੀ, ਤੁਸੀਂ ਪੜ੍ਹ ਸਕਦੇ ਹੋ। ਮਹਾਬਲੀ ਸੂਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ 'ਤੇ ਆਧਾਰਿਤ ਹੈ, ਇਤਿਹਾਸਕ ਨਾਵਲ ਹੈ। ਬੜੀ ਖੋਜ ਕੀਤੀ ਹੈ ਇਸ ਬਾਰੇ ਬਲਦੇਵ ਸਿੰਘ ਨੇ, ਅਤੇ ਮੈਂ ਹਜੇ ਪੜ੍ਹਨਾ ਵੈਸੇ, ਸ਼ੁਰੂ ਨਹੀਂ ਕੀਤਾ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਵੇਂ ਆ, ਪਰ ਵਧੀਆ ਹੀ ਹੋਊਗਾ ਜੇ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਪੜ੍ਹਨਾ ਚਾਹੁੰਦੇ ਹੋ, ਜਿਹੜਾ ਤੁਹਾਨੂੰ ਰੌਚਕ ਵੀ ਲੱਗੇ ਥੋੜ੍ਹਾ ਜਿਹਾ, ਕਿਉਂਕਿ ਆਮ ਇਤਿਹਾਸ ਦੀਆਂ ਕਿਤਾਬਾਂ ਥੋੜ੍ਹੀਆਂ ਜਿਹੀਆਂ ਬੋਰ ਹੋ ਜਾਂਦੀਆਂ ਤਰੀਕਾਂ ਦੇ ਵਿੱਚ ਉਲਝਾ ਕੇ। ਸੋ ਤੁਸੀਂ ਇਹਨੂੰ ਪੜ੍ਹ ਸਕਦੇ ਹੋ। ਇਸ ਕਿਤਾਬ ਦਾ ਜ਼ਿਕਰ ਮੈਂ ਪਹਿਲੀ ਵਾਰ ਕੋਠੇ ਖੜਕ ਸਿੰਘ ਦੇ ਵਿੱਚ ਹੀ ਪੜ੍ਹਿਆ ਸੀਗਾ। ਇਹ ਕਿਤਾਬ ਇੱਕ ਰਸ਼ੀਅਨ ਫੌਜੀ ਦੀ ਹੈ, ਜੋ ਕਿ ਜਰਮਨ ਫੌਜਾਂ ਦੇ ਵਿੱਚ ਘਿਰ ਕੇ ਆਪਣੇ ਪੈਰ ਗਵਾ ਦਿੰਦਾ ਹੈ, ਅਤੇ ਬਾਅਦ ਦੇ ਵਿੱਚ ਕਿਵੇਂ ਉਸ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਦੁਬਾਰਾ ਆਪਣੇ ਘਰ ਜਾਂਦਾ ਹੈ ਅਤੇ ਆਪਣੀ ਪ੍ਰੇਮਿਕਾ ਦੇ ਨਾਲ ਡਾਂਸ ਸਟਾਰਟ ਕਰਦਾ ਹੈ ਨਕਲੀ ਲੱਤਾਂ ਨਾਲ। ਬਹੁਤ ਹੀ ਪ੍ਰੇਰਨਾਦਾਇਕ ਕਹਾਣੀ ਹੈ। ਤੁਸੀਂ ਆਪਣੀ ਜ਼ਿੰਦਗੀ ਵਿੱਚ ਜੇ ਨਿਰਾਸ਼ ਹੋ ਚੁੱਕੇ ਹੋ ਤਾਂ ਤੁਹਾਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ। ਘਮੱਕੜ ਸ਼ਾਸਤਰ ਬਾਰੇ ਆਪਾਂ ਗੱਲ ਕਰ ਹੀ ਲਈ ਜੀ। ਰਾਹੁਲ ਸੰਕਤਰਿਆਣ ਹੋਰਾਂ ਦੀ ਕਿਤਾਬ ਹੈ ਜੀ ਇਹ। ਇਹਦੇ ਵਿੱਚ ਘਮੱਕੜੀ ਦੇ ਨਿਯਮ ਸਿਧਾਂਤ ਦੱਸੇ ਹੋਏ ਨੇ ਕਿ ਇੱਕ ਘਮੱਕੜ ਨੂੰ ਕਿਵੇਂ ਘੁੰਮਣਾ ਚਾਹੀਦਾ। ਜੇ ਥੋੜ੍ਹੀ ਜਿਹੀ ਵੀ ਤੁਹਾਡੀ ਘਮੱਕੜੀ ਦੇ ਵਿੱਚ ਰੁਚੀ ਹੈ ਤਾਂ ਤੁਹਾਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਕੁਝ ਇੰਗਲਿਸ਼ ਕਿਤਾਬਾਂ ਵੀ ਨੇ ਜੀ ਮੇਰੇ ਕੋਲ। ਇਹ ਦੀ ਟੇਲਸ ਫਰੋਮ ਅਰੇਬੀਅਨ ਨਾਈਟਸ, ਜਿਹੜਾ ਅਰਬ ਲੋਕਧਾਰਾ ਹੈ ਉਹਦੇ ਵਿਚਲੀਆਂ ਕਹਾਣੀਆਂ, ਜਿਵੇਂ ਆਪਾਂ ਛੋਟੇ ਹੁੰਦੇ ਅਲਾਦੀਨ ਅਤੇ ਜੀਨੀ ਦੀ ਕਹਾਣੀਆਂ ਸੁਣਦੇ ਹੋਏ ਸੀ, ਉਹੋ ਜਿਹੀਆਂ ਰੋਮਾਂਚਕ ਕਹਾਣੀਆਂ ਨੇ ਇਹਦੇ ਵਿੱਚ, ਅਤੇ ਬਹੁਤ ਸੋਹਣੀ ਕਿਤਾਬ ਹੈ। ਬੱਚਿਆਂ ਨੂੰ ਵੀ ਤੁਸੀਂ ਸੁਣਾ ਸਕਦੇ ਹੋ ਉਹ 'ਚ ਪੜ੍ਹ ਕੇ, ਅਤੇ ਆਪਦੀ ਵੀ ਇੰਜੋਏਮੈਂਟ ਦੇ ਲਈ ਤੁਸੀਂ ਪੜ੍ਹ ਸਕਦੇ ਹੋ। ਇਹ ਕਿਤਾਬ ਹੈ ਜੀ 10 ਜਾਣੇ ਇੱਕ ਜਹਾਜ਼ 'ਤੇ ਸਵਾਰ ਹੁੰਦੇ ਨੇ। ਉਹ ਜਹਾਜ਼ ਹਾਦਸਾਗ੍ਰਸਤ ਹੋ ਜਾਂਦਾ, ਉਹਦੇ ਵਿੱਚੋਂ 4 ਲੋਕ ਬਚਦੇ ਨੇ, ਅਤੇ ਉਹ 4 ਲੋਕ ਉਸ ਹਾਦਸੇ ਤੋਂ ਪਹਿਲਾਂ ਉਹਨਾਂ ਦੀ ਲਾਈਫ ਦਾ ਜਿਹੜਾ ਪ੍ਰਸਪੈਕਟਿਵ ਹੈ ਹੋਰ ਤਰ੍ਹਾਂ ਦਾ ਹੁੰਦਾ, ਅਤੇ ਉਹ ਹਾਦਸੇ ਤੋਂ ਬਚਣ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਨੂੰ ਹੋਰ ਤਰ੍ਹਾਂ ਜਿਉਣਾ ਸ਼ੁਰੂ ਕਰਦੇ ਨੇ। ਤਾਂ ਬਹੁਤ ਵਧੀਆ ਅਤੇ ਇੰਟਰਸਟਿੰਗ ਕਿਤਾਬ ਹੈ, ਤੁਹਾਨੂੰ ਪੜ੍ਹਨੀ ਚਾਹੀਦੀ ਹੈ। ਕੈਰਲ ਸ਼ੈਬਨ ਨੇ ਲਿਖੀ ਹੋਈ ਇਹ ਕਿਤਾਬ ਹੈ, ਬਹੁਤ ਸੋਹਣੀ ਕਿਤਾਬ। ਇਹ ਕਿਤਾਬ ਦੀ ਇਸਲਾਮਿਕ ਕਨੈਕਸ਼ਨ ਸਾਊਥ ਏਸ਼ੀਆ ਐਂਡ ਦੀ ਗਲਫ। ਇਹ ਇੰਡੀਆ ਅਤੇ ਬਾਕੀ ਸਾਰੇ ਏਸ਼ੀਆ ਦੇ ਵਿੱਚ ਇਸਲਾਮ ਕਿਵੇਂ ਪੈਦਾ ਹੋਇਆ, ਸਾਰੇ ਉਹਨਾਂ ਦੇ ਰਾਜਤੰਤਰ ਰਾਜਿਆਂ ਦੇ ਬਾਰੇ ਕੁਝ ਗੱਲਾਂ ਦੱਸੀਆਂ ਹੋਈਆਂ ਨੇ ਕਿ ਇਸਲਾਮ ਮਿਡਲ ਏਸ਼ੀਆ ਦੇ ਵਿੱਚ ਕਿਵੇਂ ਇੰਨਾ ਤਾਕਤਵਰ ਬਣਿਆ। ਜੇ ਤੁਹਾਡੀ ਇਤਿਹਾਸ ਦੇ ਵਿੱਚ ਰੁਚੀ ਹੈ ਤਾਂ ਤੁਹਾਨੂੰ ਇਹ ਕਿਤਾਬ ਪੜ੍ਹ ਲੈਣੀ ਚਾਹੀਦੀ ਹੈ। ਪੋਇਟਰੀ ਮੈਨੂੰ ਬਹੁਤ ਪਸੰਦ ਹੈ ਜੀ, ਅਤੇ ਇਹਦੇ ਵਿੱਚ ਵਿਸ਼ਵ ਦੇ ਜਿੰਨੇ ਵੀ ਵੱਡੇ ਕਵੀ ਨੇ ਉਹਨਾਂ ਦੀਆਂ ਗ੍ਰੇਟੈਸਟ ਪੋਇਮਸ ਸ਼ਾਮਿਲ ਕੀਤੀਆਂ ਹੋਈਆਂ ਹਨ। ਅਤੇ ਆਹ ਲਾਈਨ ਦੇਖੋ ਕਿੰਨੀ ਸੋਹਣੀ ਲਿਖੀ, ਗ੍ਰੇਟ ਪੋਇਟਰੀ ਹੈਜ਼ ਦੀ ਪਾਵਰ ਟੂ ਸਟਾਰਟ ਅ ਫਾਇਰ ਇਨ ਅ ਪਰਸਨਸ ਲਾਈਫ। ਕਹਿੰਦੇ ਇੱਕ ਕਵਿਤਾ ਤੁਹਾਡੀ ਜ਼ਿੰਦਗੀ ਦੇ ਵਿੱਚ ਅੱਗ ਬਾਲਣ ਦੇ ਲਈ ਕਾਫੀ ਹੈ। ਮਲਾਲਾ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋਵੋਗੇ। ਅਫਗਾਨਿਸਤਾਨ ਦੇ ਵਿੱਚ
ਸਿੱਖਿਆ ਦੇ ਲਈ ਤਾਲੀਬਾਨ ਦੇ ਨਾਲ ਲੜੀ ਕੁੜੀ, ਜਿਹਨੂੰ ਬਾਅਦ 'ਚ ਨੋਬਲ ਪੁਰਸਕਾਰ ਵੀ ਮਿਲਿਆ। ਤਾਂ ਉਹਨਾਂ ਦੀ ਬਾਇਓਗ੍ਰਾਫੀ ਹੈ, ਕਿਵੇਂ ਉਹਨੇ ਆਪਣੇ ਜੀਵਨ ਦੇ ਸ਼ੁਰੂਆਤੀ ਦਿਨ ਕੱਟੇ, ਫਿਰ ਉਹ 'ਤੇ ਹਮਲਾ ਹੋਇਆ, ਸਾਰਾ ਕੁਝ ਕਿਵੇਂ ਉਹਨੇ ਹੈਂਡਲ ਕੀਤਾ, ਅਤੇ ਉਸ ਤੋਂ ਬਾਅਦ ਨੋਬਲ ਪੁਰਸਕਾਰ ਮਿਲਣ ਤੱਕ ਕਹਾਣੀ ਹੈ ਸਾਰੀ। ਪਰਫਿਊਮ ਆਫ ਦੀ ਡੈਜ਼ਰਟ ਜੀ, ਮਿਡਲ ਏਸ਼ੀਆ ਦੇ ਵਿੱਚ ਸੂਫੀ ਸੰਤ ਜਿੰਨੇ ਵੀ ਹੋਏ ਨੇ ਉਹਨਾਂ ਦੀਆਂ ਸੂਫੀ ਟੀਚਿੰਗਸ ਇਹਦੇ ਵਿੱਚ ਦੱਸੀਆਂ ਹੋਈਆਂ ਨੇ, ਅਤੇ ਛੋਟੀਆਂ ਛੋਟੀਆਂ ਲਾਈਨਾਂ ਦੇ ਵਿੱਚ, ਛੋਟੇ ਛੋਟੇ ਪੈਰਾਗ੍ਰਾਫ ਦੇ ਵਿੱਚ ਬਹੁਤ ਵੱਡੀਆਂ ਅਤੇ ਕਮਾਲ ਦੀਆਂ ਗੱਲਾਂ ਦੱਸੀਆਂ ਹੋਈਆਂ ਹਨ। ਐਂਡਰਿਊ ਹਾਰਵੇ ਅਤੇ ਐਰਿਕ ਹੌਰਨਟ ਨੇ ਇਹਨੂੰ ਸੰਪਾਦਿਤ ਕੀਤਾ। ਭਗੀਰਥ ਭਾਰਤ ਦਾ ਵਿੱਚ ਬਹੁਤ ਮਸ਼ਹੂਰ ਰਿਸ਼ੀ ਹੋਏ ਨੇ। ਪਹਿਲਾਂ ਉਹ ਰਾਜਾ ਸੀਗੇ, ਪਰ ਬਾਅਦ 'ਚ ਉਹਨਾਂ ਨੂੰ ਕੁਝ ਅਜਿਹੀ ਸੱਟ ਲੱਗਦੀ ਹੈ ਕਿ ਉਹ ਸਾਰਾ ਕੁਛ ਤਿਆਗ ਕੇ ਸੰਨਿਆਸ ਧਾਰਨ ਕਰਦੇ ਨੇ। ਤਾਂ ਉਹਨਾਂ ਦੀਆਂ ਇਹਦੇ ਵਿੱਚ 300 ਦੇ ਕਰੀਬ ਕਵਿਤਾਵਾਂ ਜਾਂ ਰਚਨਾ ਕਹਿ ਲਓ ਸ਼ਾਮਿਲ ਕੀਤੀਆਂ ਗਈਆਂ ਹਨ। ਇੱਕ ਰਿਲੀਜੀਅਸ ਅਤੇ ਸਪਿਰਿਚੁਅਲ ਬੁੱਕ ਹੈ ਇਹ, ਜਿਹੜੀ ਤੁਹਾਨੂੰ ਇਨਰ ਤੌਰ 'ਤੇ ਮੌਜੂਦ ਕਰਦੀ ਹੈ। ਯੁੱਗ ਅੰਤ, ਮਨਮੋਹਨ ਬਾਵਾ ਵੀ ਮੇਰੇ ਪਸੰਦੀਦਾ ਨਾਵਲਕਾਰ ਨੇ। ਇਹਨਾਂ ਦੇ ਘੁਮੱਕੜਨਾਮੇ ਮੈਂ ਬਹੁਤ ਪੜ੍ਹਦਾ ਰਿਹਾ, ਅਤੇ ਇਹਨਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਦੇ ਖਾਲਸਾ ਰਾਜ ਕਿਵੇਂ ਖਿੰਡਿਆ, ਉਹ ਸਾਰੀ ਕਹਾਣੀ ਹੈ। ਜੇ ਤੁਸੀਂ ਸਿੱਖ ਰਾਜ ਦੇ ਬਾਰੇ ਜਾਣਨਾ ਚਾਹੁੰਦੇ ਹੋ ਕਿ ਡੈਥ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਕੀ ਹੋਇਆ, ਤਾਂ ਇਹ ਨਾਵਲ ਪੜ੍ਹ ਸਕਦੇ ਹੋ। ਕਾਲ ਕਥਾ ਮਨਮੋਹਨ ਬਾਵਾ ਹੋਰਾਂ ਦੀ ਇੱਕ ਹੋਰ ਨਾਵਲ ਹੈ, 450 ਦਾ ਪੇਜ ਜਾਂਦਾ ਇਹ ਨਾਵਲ ਹੈ। ਇਹਦੇ ਵਿੱਚ 10ਵੀਂ ਸਦੀ ਦੇ ਵਿੱਚ ਭਾਰਤ 'ਤੇ ਹੋਏ ਮਹਿਮੂਦ ਗਜਨੀ ਦੇ ਹਮਲਿਆਂ ਬਾਰੇ ਅਤੇ ਭਾਰਤ ਦੇ ਰਾਜੇ ਆਨੰਦਪਾਲ ਦੀ ਕਹਾਣੀ ਹੈ। ਉਹਨਾਂ ਨੇ ਕਿਵੇਂ ਇਹ ਹਮਲੇ ਟੇਕਲ ਕੀਤੇ ਅਤੇ ਕਿਵੇਂ ਗਜਨੀ ਨੂੰ ਮੌਤ ਹਰਾਇਆ, ਇਹਦੇ ਬਾਰੇ ਸਾਰਾ ਕੁਝ ਦੱਸਿਆ ਹੋਇਆ। ਬਹੁਤ ਇੰਟਰਸਟਿੰਗ ਨਾਵਲ ਹੈ, ਨਾਲ ਨਾਲ ਤੁਹਾਨੂੰ ਇਤਿਹਾਸ ਵੀ ਪਤਾ ਲੱਗਦਾ ਰਹੇਗਾ, ਅਤੇ ਤੁਸੀਂ ਇਹਦੇ ਪਾਤਰਾਂ ਦੇ ਨਾਲ ਇਮੋਸ਼ਨਲੀ ਕਨੈਕਟ ਵੀ ਹੁੰਦੇ ਜਾਓਗੇ। ਉਸ ਤੋਂ ਬਾਅਦ ਜੀ ਮਨਮੋਹਨ ਬਾਵਾ ਦਾ ਜੰਗਲ ਪਰਬਤ ਹੈ, ਇਹ ਉਹਨਾਂ ਦਾ ਸਫ਼ਰਨਾਮਾ ਗਾ। ਉਸ ਤੋਂ ਬਾਅਦ ਉਹਨਾਂ ਦਾ ਕਹਾਣੀ ਸੰਗ੍ਰਹਿ ਕਾਲਾ ਕਬੂਤਰ, ਬਹੁਤ ਸੋਹਣੀਆਂ ਕਹਾਣੀਆਂ ਨੇ ਇਹਦੇ ਵਿੱਚ। ਉਸ ਤੋਂ ਬਾਅਦ ਮਨਮੋਹਨ ਬਾਵਾ ਦੀ ਫੇਰ ਕਿਤਾਬ ਹੈ ਜੀ 20,000 ਮੀਲ ਲੰਬੀ ਦੇਸ਼ ਕਾਲ ਯਾਤਰਾ, ਜੋ ਉਹਨਾਂ ਨੇ ਭਾਰਤ ਤੋਂ ਲੈ ਕੇ ਯੂਰਪ ਤੱਕ ਕੀਤੀ ਸੀ ਇੱਕ ਵੈਨ ਉੱਤੇ ਆਪਣੇ ਦੋਸਤਾਂ ਦੇ ਨਾਲ। ਉਸ ਤੋਂ ਬਾਅਦ ਇਹ ਹਰਮਨ ਹੈਸ ਦਾ ਨਾਵਲ ਹੈ ਸਿਧਾਰਥ। ਇਹ ਸਿਧਾਰਥ ਗੌਤਮ ਬੁੱਧ ਦੇ ਸਮਕਾਲੀ ਇੱਕ ਹੋਰ ਬ੍ਰਾਹਮਣ ਪੁੱਤਰ ਦੇ ਜੀਵਨ 'ਤੇ ਹੈ, ਜਿਸ ਨੇ ਬੁੱਧ ਤੋਂ ਵੀ ਵੱਖਰਾ ਆਪਣਾ ਰਸਤਾ ਪ੍ਰਾਪਤ ਕੀਤਾ। ਇਸ ਨੂੰ ਨੋਬਲ ਪੁਰਸਕਾਰ ਮਿਲਿਆ ਹੋਇਆ ਹੈ। ਬਹੁਤ ਛੋਟਾ ਨਾਵਲ ਹੈ, 100 ਕੁ ਪੇਜ ਨੇ ਇਹਦੇ, ਪਰ ਬਹੁਤ ਹੀ ਜ਼ਿਆਦਾ ਸੋਹਣਾ ਨਾਵਲ ਹੈ। ਤੁਹਾਨੂੰ ਕਿਤੇ ਵੀ ਇਹ ਦਿਸੇ ਤਾਂ ਅੱਖਾਂ ਬੰਦ ਕਰਕੇ ਤੁਸੀਂ ਇਹਨੂੰ ਲੈ ਸਕਦੇ ਹੋ ਅਤੇ ਪੜ੍ਹ ਸਕਦੇ ਹੋ। ਤੁਹਾਡੀ ਲਾਈਫ ਬਦਲਣ ਦਾ ਮਾਦਾ ਇਹ ਨਾਵਲ ਇਕੱਲਾ ਹੀ ਰੱਖ। ਉਸ ਤੋਂ ਬਾਅਦ ਓਸ਼ੋ ਜੀ ਦੀਆਂ ਪ੍ਰਭੂ ਦੁਆਰਾ ਅਤੇ ਸੱਚ ਦੀ ਭਾਲ, ਇਹ ਵੀ ਮਨ ਨੂੰ ਕਿਵੇਂ ਸਾਧਨਾ, ਇਹਦੇ ਬਾਰੇ ਦੀਆਂ ਕਿਤਾਬਾਂ। ਉਸ ਤੋਂ ਬਾਅਦ ਅਡੋਲਫ ਹਿਟਲਰ ਦੀ ਸਵੈ ਜੀਵਨੀ ਹੈ ਜੀ, ਉਹਨੇ ਆਪ ਲਿਖੀ ਹੋਈ ਹੈ। ਤਾਂ ਹਿਟਲਰ ਦੇ ਬਾਰੇ ਕਾਫੀ ਕੁਝ ਸਾਨੂੰ ਪਤਾ ਲੱਗਦਾ ਕਿ ਉਹ ਇੰਨਾ ਕਰੂਰ ਕਿਉਂ ਬਣਿਆ, ਉਹਦੀ ਪਾਸਟ ਜਿਹੜੀ ਬਚਪਨ ਕਿਵੇਂ ਸੀਗਾ, ਅਤੇ ਉਹਦੀ ਸਾਰੀ ਲਾਈਫ ਬਾਰੇ ਜਾਣਕਾਰੀ ਦਿੰਦੀ ਹੋਈ ਇਹ ਕਿਤਾਬ। ਅਤੇ ਰਾਹੁਲ ਸੰਕਤਰੀਆਨ ਹੋਰਾਂ ਦੀ ਹੋਰ ਕਿਤਾਬ ਹੈ ਵੋਲਗਾ ਤੋਂ ਗੰਗਾ। ਇਹ ਕਿਤਾਬ 5000 ਸਾਲਾਂ ਦੇ ਇਤਿਹਾਸ 'ਤੇ ਚਾਨਣਾ ਪਾਉਂਦੀ ਹੈ ਕਿ ਕਿਵੇਂ ਮਨੁੱਖੀ ਸੱਭਿਅਤਾ ਸਥਾਪਿਤ ਹੋਈ ਵੋਲਗਾ ਦੇ ਕੰਢੇ ਉੱਤੇ, ਅਤੇ ਉਹ ਭਾਰਤ ਦੇ ਵਿੱਚ ਆਉਂਦੀ ਆਰੀਅਨ ਬਣ ਗਏ ਅਤੇ ਗੰਗਾ ਤੱਕ ਉਹਨਾਂ ਦੀਆਂ ਕਲੋਨੀਆਂ ਸਥਾਪਿਤ ਹੋ ਗਈਆਂ। ਤਾਂ ਬਹੁਤ ਸੋਹਣੀ ਕਿਤਾਬ ਹੈ ਇਹ ਵੋਲਗਾ ਤੋਂ ਗੰਗਾ, ਤਾਂ ਮੈਂ ਕਹਿੰਦਾ ਸਭ ਨੂੰ ਪੜ੍ਹਨੀ ਚਾਹੀਦੀ ਹੈ। ਬਹੁਤ ਰੌਚਕ ਤਰੀਕੇ ਦੇ ਨਾਲ ਭਾਰਤ ਦਾ ਇਤਿਹਾਸ ਬਿਆਨ ਕੀਤਾ। ਉਸ ਤੋਂ ਬਾਅਦ ਜੀ ਜਸਵੰਤ ਸਿੰਘ ਨੇਕੀ ਦੀ ਕਿਤਾਬ ਹੈ ਅਰਦਾਸ, ਜਿਹੜੀ ਸਿੱਖਾਂ ਦੀ ਅਰਦਾਸ ਹੈ ਧਾਰਮਿਕ ਤੌਰ 'ਤੇ ਕਰਦੇ ਨੇ। ਉਹਦੇ ਵਿੱਚ ਕੀ ਮਨੋਵਿਗਿਆਨਿਕ ਤੱਥ ਨੇ, ਉਹਦਾ ਕੀ ਇਤਿਹਾਸ ਹੈ, ਇਕੱਲੇ ਸ਼ਬਦ ਦਾ ਬਹੁਤ ਸੋਹਣਾ ਬਿਆਨ ਕੀਤਾ ਹੋਇਆ। ਤਖ਼ਤ ਹਜ਼ਾਰਾਂ ਦੂਰਕੜੇ ਦਲੀਪ ਕੌਰ ਟਿਵਾਣਾ ਹੋਰਾਂ ਦਾ ਨਾਵਲ ਹੈ। ਪਾਥੀ ਮੰਜ਼ਿਲ ਅਤੇ ਤੁਸੀਂ ਵੀ ਚਲੋ ਮੇਰੇ ਨਾਲ, ਮਨਮੋਹਨ ਬਾਵਾ ਜੀ ਦਾ ਸਫ਼ਰਨਾਮਾ। ਮੁਲਕੋ ਮੁਲਕ ਸਾਈਕਲਨਾਮਾ ਸੋਢੀ ਸੁਲਤਾਨ ਦਾ ਸਫ਼ਰਨਾਮਾ ਹੈ, ਜੋ ਉਹਨਾਂ ਨੇ 2004 ਦੇ ਵਿੱਚ ਵਿਸ਼ਵ ਘੁੰਮਿਆ। ਮੁਲਕੋ ਮੁਲਕ ਸਾਈਕਲਨਾਮਾ ਸੋਢੀ ਸੁਲਤਾਨ ਹੋਰਾਂ ਦਾ ਸਫ਼ਰਨਾਮਾ ਹੈ। ਉਹਨਾਂ ਨੇ ਸਾਈਕਲ 'ਤੇ ਬਹੁਤ ਸਾਰੇ ਦੇਸ਼ ਘੁੰਮੇ ਹਨ, ਅਤੇ ਉਸ ਘੁੰਮਦੇ ਉਹਨਾਂ ਨੇ ਕੀ ਤਜਰਬਾ ਹਾਸਲ ਕੀਤਾ, ਕੀ ਉਹਨਾਂ ਦੇ ਐਕਸਪੀਰੀਅੰਸ ਰਹੇ, ਇਹ ਸਾਰਾ ਕੁਝ ਇਸ ਨਾਵਲ ਦੇ ਵਿੱਚ ਬਿਆਨ ਕੀਤਾ ਹੋਇਆ ਹੈ। ਅਰੰਧਤੀ ਰਾਏ ਦਾ ਨਿਤਾਣਿਆਂ ਦੇ ਤਾਣ, ਬੁਲਟਨਾਮਾ, ਇਹਨਾਂ ਨੇ ਸਿੰਗਾਪੁਰ ਤੱਕ ਬੁਲਟ 'ਤੇ ਸਫ਼ਰ ਕੀਤਾ ਸੀ। ਬਦੀ ਦੀ ਜੜ ਡਾਕਟਰ ਦਲਜੀਤ ਸਿੰਘ, ਹਰੇਕ ਜੋ ਵਿਸ਼ਵ ਦੀਆਂ ਵੱਡੀਆਂ ਘਟਨਾਵਾਂ ਹੋਈਆਂ ਹਨ ਉਹਨਾਂ ਦੇ ਪਿੱਛੇ ਦੇ ਰਾਜ ਉਗੇੜਦੀ ਹੋਈ ਕਿਤਾਬ ਹੈ ਇਹ।
ਤੁਹਾਨੂੰ ਪੜ੍ਹਨੀ ਚਾਹੀਦੀ ਹੈ, ਤੁਹਾਨੂੰ ਦੂਜਾ ਪਾਸਾ ਵੀ ਨਜ਼ਰ ਆਊਗਾ ਹਰੇਕ ਘਟਨਾ ਦਾ। ਤਾਂ ਉਸ ਤੋਂ ਬਾਅਦ ਸ਼ੈਕਸਪੀਅਰ ਦੀਆਂ ਕਹਾਣੀਆਂ ਨੇ ਪ੍ਰੋਫੈਸਰ ਅਸਰੂ ਸਿੰਘ ਨੇ ਅਨੁਵਾਦ ਕੀਤੀਆਂ ਹਨ। ਕ੍ਰਿਸ਼ਨ ਪ੍ਰਤਾਪ ਹਾਜ਼ਰੋ, ਕ੍ਰਿਸ਼ਨ ਪ੍ਰਤਾਪ ਹੋਰਾਂ ਦਾ ਪਰਸਨਲ ਐਕਸਪੀਰੀਅੰਸ ਹੈ ਇਹਦੇ ਵਿੱਚ, ਨਾਵਲ ਦੀ ਤਰ੍ਹਾਂ ਉਹਨਾਂ ਨੇ ਬਿਆਨ ਕੀਤਾ ਕਿ ਇੱਕ ਕੇਸ ਦੇ ਵਿੱਚ ਉਲਝ ਜਾਂਦੇ ਨੇ ਤਾਂ ਉਹਨਾਂ ਨੂੰ ਫਿਰ ਪੁਲਿਸ ਅਤੇ ਕਚਹਿਰੀਆਂ ਦੇ ਕਿਵੇਂ ਚੱਕਰ ਲਾਉਣੇ ਪੈਂਦੇ ਨੇ, ਉਹ ਸਾਰਾ ਕੁਝ ਦੱਸਿਆ ਹੋਇਆ। ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੀਆਂ ਸਾਥੀਆਂ ਦੀਆਂ ਲਿਖਤਾਂ ਨੇ ਜੀ, ਜਿਹੜੀਆਂ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਲਿਖੀਆਂ ਜਾਂ ਜੀਵਨ ਦੇ ਵਿੱਚ ਲਿਖੀਆਂ, ਉਹ ਉਹਨਾਂ ਦੇ ਕਿਸੇ ਨੇੜਲੇ ਮਿੱਤਰ ਨੇ ਸੰਪਾਦਿਤ ਕੀਤੀਆਂ ਸੀ, ਤਾਂ ਉਹ ਸਾਰੀਆਂ ਇਹਦੇ ਵਿੱਚ ਸ਼ਾਮਲ ਨੇ। ਉਸ ਤੋਂ ਬਾਅਦ ਸ਼ਿਵ ਕੁਮਾਰ ਮੇਰਾ ਪਸੰਦੀਦਾ ਕਵੀ ਹੈ। ਉਹਨਾਂ ਦੀ ਸਮੁੱਚੀ ਜਿਹੜੀ ਹੈਗੀ ਆ ਕਾਵਧਾਰਾ, ਇਹਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ। 550 ਮੁੱਲ ਹੈ ਇਸ ਕਿਤਾਬ ਦਾ। ਇਹ ਤੁਸੀਂ ਕਿਸੇ ਨੂੰ ਗਿਫਟ ਵੀ ਕਰ ਸਕਦੇ ਹੋ। ਬਹੁਤ ਸੋਹਣੀ ਬੁੱਕ ਹੈ, ਪੜ੍ਹਨੀ ਚਾਹੀਦੀ ਹੈ। ਘਰੇ ਤਾਂ ਰੱਖੋ ਇਹ, ਜੇ ਤੁਸੀਂ ਪੜ੍ਹੋ ਨਾ ਵੀ, ਕਿਤੇ ਨਾ ਕਿਤੇ ਤੁਹਾਡਾ ਦਿਲ ਕਰ ਹੀ ਆਊਗਾ ਇੰਨੀ ਸੋਹਣੀ ਕਿਤਾਬ ਦੇਖ ਕੇ ਪੜ੍ਹਨ ਨੂੰ। ਉਸ ਤੋਂ ਬਾਅਦ ਕਸ਼ਮੀਰ ਦਾ ਇਤਿਹਾਸ ਹੈ। ਜੇ ਤੁਸੀਂ ਕਸ਼ਮੀਰ ਬਾਰੇ ਬਰੀਕੀ 'ਚ ਜਾਣਨਾ ਤਾਂ ਅਸ਼ੋਕ ਕੁਮਾਰ ਪਾਂਡੇ ਦੀ ਇਹ ਬੁੱਕ ਜ਼ਰੂਰ ਪੜ੍ਹਿਓ। ਤੱਥ ਤੋਂ ਮਿੱਥ ਤੱਕ ਹਰਪਾਲ ਸਿੰਘ ਪੰਨੂ ਹੋਰਾਂ ਦੀ ਹੈ, ਜਿਹਦੇ ਵਿੱਚ ਤੱਥ ਤੋਂ ਮਿੱਥ ਹਰਪਾਲ ਸਿੰਘ ਪੰਨੂ ਹੋਰਾਂ ਦੀ, ਮਿਲਿੰਦ ਪ੍ਰਸ਼ਨ ਵੀ ਇਹਨਾਂ ਦੀ ਹੈ, ਜਿਹੜੀ ਕਿ ਇੱਕ ਬੋਧੀ ਵਿਦਵਾਨ ਅਤੇ ਰਾਜਾ ਦੇ ਵਿੱਚ ਆਪਸੀ ਗੱਲਬਾਤ ਹੈ। ਅੰਤਰ ਯਾਤਰਾ, ਸੁੰਨ ਸਵਾਦ ਲਗਾਈਦਾ ਹੈ। ਫਿਰ ਓਸ਼ੋ ਦੀਆਂ ਮਹਾਰਾਜਾ ਸ਼ੇਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਨੇ, ਉਹਨਾਂ ਦੀ ਬਾਇਓਗ੍ਰਾਫੀ ਹੈ। ਮੁਹੱਬਤਨਾਮਾ ਜੰਗ ਬਹਾਦਰ ਗੋਇਲ ਨੇ ਲਿਖਿਆ ਹੈ, ਜਿਹਦੇ ਵਿੱਚ ਮਹਾਨ ਹਸਤੀਆਂ ਜਿਵੇਂ ਕਿ ਐਲਬਰਟ ਆਈਨਸਟਾਈਨ, ਰਵਿੰਦਰਨਾਥ ਟੈਗੋਰ ਹੋਰਾਂ ਦੀ ਪ੍ਰੇਮ ਕਹਾਣੀਆਂ ਲਿਖੀਆਂ ਹੋਈਆਂ ਨੇ। ਮੈਤਰੇਈ ਪੁਸ਼ਪਾ ਇੱਕ ਪੁਲਿਸ ਅਧਿਕਾਰੀ ਸੀ ਅਤੇ ਹਰਿਆਣਾ ਦੇ ਵਿੱਚ ਜਿਹੜੀਆਂ ਲੇਡੀਜ਼ ਪੁਲਿਸ ਹੈ ਉਹਨਾਂ ਦੇ ਜੀਵਨ ਦਾ ਸੰਘਰਸ਼ ਬਿਆਨ ਕਰਦੀ ਹੈ। ਮੁਰਦਿਆਂ ਦੀ ਥੇ ਮਹਿੰਦੋ ਜੋਦੜੋ ਜਿਹੜੀ ਸੱਭਿਅਤਾ ਹੋਈ ਹੈ ਉਹਦੇ ਬਾਰੇ ਇਹ ਨਾਵਲ ਹੈ। ਸੋ ਇਹ ਸਾਰੀ ਮੇਰੀ ਕਲੈਕਸ਼ਨ ਹੈ ਜੀ ਬੁੱਕਸ ਦੀ, ਇਹ ਮੈਂ ਪੜ੍ਹੀਆਂ ਹੋਈਆਂ ਨੇ ਸਾਰੀਆਂ ਅਤੇ ਮੈਨੂੰ ਬਹੁਤ ਵਧੀਆ ਲੱਗੀਆਂ ਨੇ। ਤੁਸੀਂ ਵੀ ਜੇ ਇਹਨਾਂ 'ਚੋਂ ਕੋਈ ਕਿਤਾਬ ਪੜ੍ਹੀ ਹੈ, ਤੁਹਾਨੂੰ ਕਿਵੇਂ ਲੱਗੀ ਤਾਂ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ, ਜਾਂ ਤੁਸੀਂ ਹੋਰ ਵੀ ਕੋਈ ਕਿਤਾਬ ਜੋ ਦੱਸਣੀ ਚਾਹੁੰਦੇ ਹੋ ਕਿ ਇਹ ਜ਼ਰੂਰ ਪੜ੍ਹਨੀ ਚਾਹੀਏ, ਜੋ ਜ਼ਰੂਰ ਪੜ੍ਹਨੀ ਚਾਹੀਦੀ, ਤਾਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਅਤੇ ਦੂਸਰੇ ਸਾਥੀਆਂ ਨੂੰ ਜੋ ਵੀਡੀਓ ਦੇਖਣਗੇ ਜ਼ਰੂਰ ਦੱਸਿਓ। ਧੰਨਵਾਦ।